ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਜੁਲਾਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ। ਸੁਨਹਿਰੀ ਮਤਨ ਉਸੇ। ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਦਾ ਵਾਂ ਤੇ ਰੱਬ ਸ਼ਨਾਸੀ ਨੂੰ ਸੋਖਤਨੀ ਕੁਰਬਾਨੀਆਂ ਤੋਂ ਬਹੁਤਾ ਚਾਹੁੰਦਾ ਵਾਂ। ਜਵਾਬੀ ਪੜ੍ਹਾਈ। ਜ਼ਬੂਰ। ਐ ਮੇਰੇ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਮੈਨੂੰ ਆਪਣੇ ਹਜ਼ੂਰ ਤੋਂ ਖਾਰਜ ਨਾ ਕਰ ਤੇ ਆਪਣੀ ਰੂਹ ਨੂੰ ਮੈਥੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਫਿਰ ਮੈਂ ਪਾਪੀਆਂ ਨੂੰ ਤੇਰੀਆਂ ਰਾਹਾਂ ਸਿਖਾਵਾਂਗਾ ਤੇ ਪਾਪੀ ਤੇਰੇ ਵੱਲ ਰਜੂ ਕਰਨਗੇ। ਐ ਖੁਦਾਵੰਦ, ਮੇਰੇ ਹੋਂਠਾਂ ਨੂੰ ਖੋਲ ਦੇ ਤੇ ਮੇਰੇ ਮੂੰਹ ਤੋਂ ਤੇਰੀ ਸਤਾਇਸ਼ ਨਿਕਲੇਗੀ। ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ਨੂਦੀ ਨਹੀਂ ਤੇ ਮੈਂ ਦਿੰਦਾ। ਸੋਖਤਨੀ ਕੁਰਬਾਨੀ ਨਾਲ ਤੈਨੂੰ ਕੁਝ ਖੁਸ਼ੀ ਨਹੀਂ। ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਹੈ। ਐ ਰੱਬ, ਤੂੰ ਸ਼ਿਕਸਤਾ ਤੇ ਖਸਤਾ ਦਿਲ ਹਕੀਰ ਨਾ ਜਾਣੇਗਾ। ਦਰਸੀ ਵਾਜ਼ ਬਾਈਬਲ ਵਿੱਚੋਂ। ਮੀਕਾ। ਮੈਂ ਕੀ ਲੈ ਕੇ ਖੁਦਾਵੰਦ ਦੇ ਹਜ਼ੂਰ ਆਵਾਂ ਤੇ ਰੱਬ ਤਾਲਾ ਨੂੰ ਕਿਉਂ ਸਜਦਾ ਕਰਾਂ? ਕੀ ਸੋਖਤਨੀ ਕੁਰਬਾਨੀਆਂ ਤੇ 1 ਸਾਲ ਦੇ ਬੱਚਿਆਂ ਨੂੰ ਲੈ ਕੇ ਉਹਦੇ ਹਜ਼ੂਰ ਆਵਾਂ? ਕੀ ਖੁਦਾਵੰਦ 1000 ਮੈਂਡਿਆਂ ਨਾਲ ਜਾਂ ਤੇਲ ਦੀਆਂ 10,000 ਨਹਿਰਾਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੋਟੇ ਨੂੰ ਆਪਣੇ ਪਾਪ ਦੇ ਬਦਲੇ ਵਿੱਚ ਤੇ ਆਪਣੀ ਔਲਾਦ ਨੂੰ ਆਪਣੀ ਜਾਨ ਦੀ ਖਤਾ ਦੇ ਬਦਲੇ ਵਿੱਚ ਦੇ ਦੇਵਾਂ? ਐ ਇਨਸਾਨ, ਉਹਨੇ ਤੇਰੇ ਉੱਤੇ ਨੇਕੀ ਜ਼ਾਹਿਰ ਕਰ ਦਿੱਤੀ ਏ। ਖੁਦਾਵੰਦ ਤੇਰੇ ਤੋਂ ਐਸ ਤੋਂ ਬਹੁਤਾ ਕੀ ਚਾਹੁੰਦਾ ਹੈ? ਵੀ ਤੂੰ ਇਨਸਾਫ ਕਰੇ ਤੇ ਰਹਿਮ ਦਿਲੀ ਨੂੰ ਪਿਆਰਾ ਰੱਖੇ ਤੇ ਆਪਣੇ ਰੱਬ ਦੇ ਹਜ਼ੂਰ ਫਰੋਤਨੀ ਨਾਲ ਟੁਰੇ। ਸਲਾਤੀਨ। ਜਦੋਂ ਯੂਸੀਆ ਸਲਤਨਤ ਕਰਨ ਲੱਗਾ ਤੇ 8 ਵਰ੍ਹਿਆਂ ਦਾ ਸੀ, ਉਹਨੇ 31 ਵਰ੍ਹੇ ਯਰੂਸ਼ਲਮ ਵਿੱਚ ਸਲਤਨਤ ਕੀਤੀ। ਉਹਨੇ ਉਹ ਕੰਮ ਕੀਤਾ ਜਿਹੜਾ ਖੁਦਾਵੰਦ ਦੀ ਨਜ਼ਰ ਵਿੱਚ ਠੀਕ ਸੀ ਤੇ ਆਪਣੇ ਪਿਓ ਦਾਊਦ ਦੀਆਂ ਸਾਰੀਆਂ ਰਾਹਾਂ ਉੱਤੇ ਟੁਰਿਆ। ਸਲਾਤੀਨ। ਤੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ ਵੀ ਖੁਦਾਵੰਦ ਆਪਣੇ ਰੱਬ ਲਈ ਫਸਹ ਮਨਾਓ, ਜਿਵੇਂ ਅਹਿਦ ਦੀ ਇਸ ਕਿਤਾਬ ਵਿੱਚ ਲਿਖਿਆ ਹੈ। ਤੇ ਯਕੀਨਨ ਕਾਜ਼ੀਆਂ ਦੇ ਜ਼ਮਾਨੇ ਤੋਂ, ਜਿਹੜੇ ਇਸਰਾਈਲ ਦੀ ਅਦਾਲਤ ਕਰਦੇ ਸੀ, ਤੇ ਇਸਰਾਈਲ ਦੇ ਬਾਦਸ਼ਾਹਾਂ ਤੇ ਯਹੂਦਾ ਦੇ ਬਾਦਸ਼ਾਹਾਂ ਦੇ ਸਾਰੇ ਦਿਨਾਂ ਵਿੱਚ ਅਜਿਹੀ ਈਦੇ ਫਸਹ ਕਦੀ ਨਹੀਂ ਹੋਈ ਸੀ। ਯੂਸੀਆ ਬਾਦਸ਼ਾਹ ਦੇ 18ਵੇਂ ਵਰ੍ਹੇ ਇਹ ਫਸਹ ਯਰੂਸ਼ਲਮ ਵਿੱਚ ਖੁਦਾਵੰਦ ਲਈ ਮਨਾਈ ਗਈ ਤੇ ਉਹਦੇ ਤੋਂ ਪਹਿਲਾਂ ਕੋਈ ਬਾਦਸ਼ਾਹ ਉਹਦੇ ਵਾਂਗਰ ਨਹੀਂ ਹੋਇਆ ਸੀ, ਜਿਹੜਾ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੇ ਸਾਰੇ ਜ਼ੋਰ ਨਾਲ ਮੂਸਾ ਦੀ ਸਾਰੀ ਸ਼ਰੀਅਤ ਦੇ ਮੁਤਾਬਕ ਖੁਦਾਵੰਦ ਵੱਲ ਰਜੂ ਲੈ ਆਇਆ ਹੋਵੇ, ਤੇ ਨਾ ਕੋਈ ਉਹਦੇ ਤੋਂ ਬਾਅਦ ਉਹਦੇ ਵਾਂਗਰ ਬਰਪਾ ਹੋਇਆ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਵਾ ਕੇ ਤੁਹਾਡੇ ਅੱਗੇ ਮਿੰਨਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ, ਜਿਹੜੀ ਜਿਉਂਦੀ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਮੱਤੀ। ਉਸ ਵੇਲੇ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਯੂਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਆਇਆ, ਪਰ ਯੂਹੰਨਾ ਇਹ ਆਖ ਕੇ ਉਹਨੂੰ ਮਨਾ ਕਰਨ ਲੱਗਿਆ ਭਈ ਮੈਂ ਆਪ ਤੇਰੇ ਤੋਂ ਬਪਤਿਸਮਾ ਲੈਣ ਦਾ ਜ਼ਰੂਰਤਮੰਦ ਵਾਂ ਤੇ ਤੂੰ ਮੇਰੇ ਕੋਲ ਆਇਆ ਹੈ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਹੁਣ ਤੂੰ ਹੋਣ ਹੀ ਦੇ, ਕਿਉਂ ਜੇ ਸਾਨੂੰ ਇੰਝ ਹੀ ਸਾਰੀ ਰਸਤਬਾਜ਼ੀ ਪੂਰੀ ਕਰਨਾ ਮੁਨਾਸਬ ਹੈ। ਇਹਦੇ ਉੱਤੇ ਉਹਨੇ ਹੋਣ ਦਿੱਤਾ ਤੇ ਯਿਸੂ ਬਪਤਿਸਮਾ ਲੈ ਕੇ ਫਿਲਫੋਰ ਪਾਣੀ ਤੋਂ ਉੱਤੇ ਆ ਗਿਆ ਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦੇ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਵੀ ਇਹ ਮੇਰਾ ਸੋਹਣਾ ਪੁੱਤਰ ਹੈ, ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਤੇ ਈਦ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਿਸਾ ਖਾਣ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਦੇ ਕੋਲ ਜਾ ਕੇ ਆਖਣਾ, ਉਸਤਾਦ ਆਖਦਾ ਹੈ ਭਈ ਮੇਰਾ ਵੇਲਾ ਨੇੜੇ ਹੈ
ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਵੱਲ ਈਦੇ ਫਸਾ ਕਰਾਂਗਾ। ਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਤੇ ਫਸਾ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤੇ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਕਿਉਂ ਜੇ ਇਹ ਮੇਰਾ ਉਹ ਅਹਿਦ ਦਾ ਖੂਨ ਹੈ ਜਿਹੜਾ ਬਥੇਰਿਆਂ ਲਈ ਪਾਪਾਂ ਦੀ ਮਾਫੀ ਵਾਸਤੇ ਵਗਾਇਆ ਜਾਂਦਾ ਹੈ। ਮੈਂ ਤੁਹਾਨੂੰ ਆਖਦਾ ਵਾਂ ਭਈ ਅੰਗੂਰ ਦਾ ਇਹ ਸ਼ੀਰਾ ਫੇਰ ਕਦੀ ਨਹੀਂ ਪੀਵਾਂਗਾ, ਉਸ ਦਿਨ ਤਿੱਕਰ ਭਈ ਤੁਹਾਡੇ ਨਾਲ ਆਪਣੇ ਪਿਓ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। ਫਿਰ ਉਹ ਗੀਤ ਗਾ ਕੇ ਬਾਹਰ ਜ਼ੈਤੂਨ ਦੇ ਪਹਾੜ ਉੱਤੇ ਟੁਰ ਗਏ। ਯੂਹੰਨਾ। ਇਹਦੇ ਤੇ ਪਿਲਾਤੂਸ ਨੇ ਯਿਸੂ ਨੂੰ ਕੋੜੇ ਲਗਵਾਏ। ਇਹਦੇ ਤੇ ਉਹਨੇ ਉਹਨੂੰ ਉਹਨਾਂ ਦੇ ਹਵਾਲੇ ਕੀਤਾ ਭਈ ਮਸਲੂਬ ਕੀਤਾ ਜਾਵੇ। ਯੂਹੰਨਾ। ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਅਜਿਹੇ ਤੜਕੇ ਭਈ ਹਾਲੇ ਹਨੇਰਾ ਹੀ ਸੀ, ਕਬਰ ਉੱਤੇ ਆਈ ਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ। ਪਰ ਮਰੀਮ ਬਾਹਰ ਕਬਰ ਦੇ ਕੋਲ ਖਲੋਤੀ ਰੋਂਦੀ ਰਹੀ ਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਤੇ 2 ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ, ਇੱਕ ਨੂੰ ਸਰਾਣੇ ਤੇ ਦੂਜੇ ਨੂੰ ਪੈਂਦਾ ਵੱਲ ਬੈਠੇ ਵੇਖਿਆ ਜਿੱਥੇ ਯਿਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਹੈ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾਵੰਦ ਨੂੰ ਚੁੱਕ ਕੇ ਲੈ ਗਏ ਨੇ ਤੇ ਪਤਾ ਨਹੀਂ ਪਈ ਉਹਨੂੰ ਕਿੱਥੇ ਰੱਖਿਆ ਹੈ। ਇਹ ਆਖ ਕੇ ਉਹ ਪਿੱਛੇ ਮੁੜੀ ਤੇ ਯਿਸੂ ਨੂੰ ਖਲੋਤੇ ਵੇਖਿਆ ਤੇ ਨਾ ਪਛਾਣਿਆ ਪਈ ਇਹ ਯਿਸੂ ਹੈ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਹੈ? ਕਿਹਨੂੰ ਲੱਭਦੀ ਹੈ? ਉਹਨੇ ਬਾਗਬਾਨ ਸਮਝ ਕੇ ਉਹਨੂੰ ਆਖਿਆ, ਮੀਆਂ, ਜੇ ਤੂੰ ਉਹਨੂੰ ਇੱਥੋਂ ਚੁੱਕਿਆ ਹੋਵੇ ਤੇ ਮੈਨੂੰ ਦੱਸ ਦੇ ਭਈ ਉਹਨੂੰ ਕਿੱਥੇ ਰੱਖਿਆ ਹੈ ਤਾਂ ਜੋ ਮੈਂ ਉਹਨੂੰ ਲੈ ਜਾਵਾਂ। ਯਿਸੂ ਨੇ ਉਹਨੂੰ ਆਖਿਆ, ਮਰੀਮ। ਉਹਨੇ ਮੁੜ ਕੇ ਉਹਨੂੰ ਅਬਰਾਨੀ ਜ਼ਬਾਨ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਹੱਥ ਨਾ ਲਾ, ਕਿਉਂ ਜੇ ਮੈਂ ਹੱਲੇ ਤੀਕਰ ਪਿਓ ਦੇ ਕੋਲ ਉੱਤੇ ਨਹੀਂ ਗਿਆ, ਪਰ ਮੇਰੇ ਭਰਾਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਖ ਭਈ ਮੈਂ ਆਪਣੇ ਪਿਓ ਤੇ ਤੁਹਾਡੇ ਪਿਓ ਤੇ ਆਪਣੇ ਰੱਬ ਤੇ ਤੁਹਾਡੇ ਰੱਬ ਦੇ ਕੋਲ ਉੱਤੇ ਜਾਣਾ ਵਾਂ। ਮਰੀਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖਬਰ ਦਿੱਤੀ, ਮੈਂ ਖੁਦਾਵੰਦ ਨੂੰ ਵੇਖਿਆ ਤੇ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ। ਅਬਰਾਨੀਓ। ਰੱਬ ਇਤਮਾਨ ਦਾ ਚਸ਼ਮਾ ਜਿਹੜਾ ਵੱਡੇ ਚਰਵਾਹੇ ਯਾਨੀ ਸਾਡੇ ਖੁਦਾਵੰਦ ਯਿਸੂ ਮਸੀਹ ਨੂੰ ਅਬਦੀ ਅਹਿਦ ਦੇ ਖੂਨ ਦੇ ਪਾਰੋਂ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਚੁੱਕ ਲਿਆਇਆ, ਤੁਹਾਨੂੰ ਹਰ ਨੇਕ ਗੱਲ ਵਿੱਚ ਕਾਮਲ ਕਰੇ ਤਾਂ ਜੋ ਤੁਸੀਂ ਉਹਦੀ ਮਰਜ਼ੀ ਪੂਰੀ ਕਰੋ ਤੇ ਜੋ ਕੁਝ ਉਹਦੇ ਨੇੜੇ ਪਸੰਦੀਦਾ ਹੈ ਯਿਸੂ ਮਸੀਹ ਦੇ ਪਾਰੋਂ ਸਾਡੇ ਵਿੱਚ ਪੈਦਾ ਕਰੇ, ਜਿਹਦੀ ਤਮਜੀਦ ਅਬਦੁਲ ਆਬਾਦ ਹੁੰਦੀ ਰਵੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਰੀ ਜਾਣਸਾਰੀ ਦਾ ਮਾਦਾ, ਇਲਾਹੀ ਪਿਆਰ, ਬਿਮਾਰੀ ਦੀ ਸ਼ਫਾ, ਪਾਪ ਦੀ ਤਬਾਹੀ ਦਾ ਪਰਛਾਵਾਂ ਤੇ ਇਜ਼ਹਾਰ ਹੈ। ਸਾਡੇ ਮਾਲਕ ਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਖੂਨ ਦਾ ਰੂਹਾਨੀ ਜੋਹਰ ਕੁਰਬਾਨੀ ਹੈ। ਯਿਸੂ ਦੀ ਰੂਹਾਨੀ ਕੁਰਬਾਨੀ ਦੀ ਅਹਿਮੀਅਤ ਇਹਦੇ ਤੋਂ ਕਿਤੇ ਵੱਧ ਕੇ ਹੈ ਜਿਹੜੀ ਅਸੀਂ ਇਨਸਾਨੀ ਖੂਨ ਦੇ ਇਦਰਾਕ ਤੋਂ ਜ਼ਾਹਿਰ ਕਰ ਸਕੀਏ। ਜਦੋਂ ਇਹ ਯਿਸੂ ਦਾ ਮਾਦੀ ਖੂਨ ਮਲਾਉਨ ਰੁੱਖ ਉੱਤੇ ਵਗਾਇਆ ਗਿਆ, ਫਿਰ ਉਹ ਪਾਪਾਂ ਤੋਂ ਪਾਕ ਕਰਨ ਲਈ ਇੰਨਾ ਪਾਏਦਾਰ ਨਹੀਂ ਸੀ ਜਿੰਨਾ ਉਸ ਵੇਲੇ ਸੀ ਜਦੋਂ ਉਹ ਖੂਨ ਉਹਦੀਆਂ ਰਗਾਂ ਵਿੱਚ ਵਗਦਾ ਸੀ, ਜਦੋਂ ਹਰ ਰੋਜ਼ ਉਹ ਆਪਣੇ ਪਿਓ ਦਾ ਕੰਮ ਕਰਨ ਜਾਇਆ ਕਰਦਾ ਸੀ। ਉਹਦਾ ਅਸਲੀ ਖੂਨ ਤੇ ਬਦਨ ਉਹਦੀ ਹਯਾਤੀ ਸੀ ਤੇ ਉਹ ਅਸਲ ਵਿੱਚ ਉਹਦਾ ਬਦਨ ਖਾਂਦੇ ਤੇ ਖੂਨ ਪੀਂਦੇ ਨੇ ਜਿਹੜੇ ਉਸ ਇਲਾਹੀ ਹਯਾਤੀ ਵਿੱਚ ਹਿੱਸਾ ਲੈਂਦੇ ਨੇ। ਉਹ ਫਿਸਾ ਜਿਹੜੀ ਯਿਸੂ ਨੇ ਆਪਣੇ ਚੇਲਿਆਂ ਦੇ ਨਾਲ ਨਿਸਾਨ ਦੇ ਮਹੀਨੇ ਵਿੱਚ ਆਪਣੇ ਸੂਲੀ ਚੜ੍ਹਨ ਤੋਂ ਪਹਿਲਾਂ ਖਾਧੀ, ਉਹ ਇੱਕ ਦੁੱਖ ਦਾ ਮੌਕਾ ਸੀ, ਇੱਕ ਸੋਗਵਾਰ ਖਾਣਾ ਜਿਹੜਾ ਦਿਨ ਦੇ ਅਖੀਰ ਉੱਤੇ ਪਰ ਚਾਨਣ ਵਿੱਚ ਸੀ, ਜਿਹਦੇ ਨਾਲ ਤੇਜ਼ੀ ਨਾਲ ਗਹਿਰੇ ਪਰਛਾਵੇਂ ਆਲੇ ਦੁਆਲੇ ਫੈਲ ਰਹੇ ਸੀ ਤੇ ਇਸ ਖਾਣੇ ਨੇ ਮਾਦੇ ਲਈ ਯਿਸੂ ਦੀ ਰਸਮ ਪ੍ਰਸਤੀ ਜਾਂ ਮਨਜ਼ੂਰੀ ਨੂੰ ਹਮੇਸ਼ਾ ਲਈ ਮੁਕਾ ਦਿੱਤਾ। ਉਹਦੇ ਪੈਰੋਕਾਰ ਅਫਸੁਰਦਾ ਤੇ ਖਾਮੋਸ਼ ਆਪਣੇ ਮਾਲਕ ਦੇ ਨਾਲ ਹੋਣ ਵਾਲੀ ਬੇਵਫਾਈ ਦੇ ਵੇਲੇ ਉੱਤੇ ਗੌਰ ਕਰ ਰਹੇ ਸੀ। ਅਸਮਾਨੀ ਮਨ ਵਿੱਚ ਹਿੱਸਾ ਲੈਂਦੇ ਨੇ ਜਿਹੜਾ ਮਾਜ਼ੀ ਦੇ ਬਿਆਬਾਨ ਵਿੱਚ ਸਤਾਏ ਹੋਏ ਸੱਚਾਈ ਦੇ ਮੰਨਣ ਵਾਲਿਆਂ ਨੇ ਖਾਧਾ ਸੀ। ਉਹਨਾਂ ਦੀ ਖੁਰਾਕ ਵਾਕਈ ਅਸਮਾਨ ਤੋਂ ਉਤਰੀ ਸੀ। ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਬਾਹਰ ਕੱਢਣ ਵਾਲੀ ਰੂਹਾਨੀ ਹਸਤੀ ਦੀ ਇਹ ਬਹੁਤ ਵੱਡੀ ਅਸਲੀਅਤ ਸੀ।
ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਇਹ ਪਹਿਲਾਂ ਹੀ ਵਾਜ਼ਿਹ ਕਰ ਦਿੱਤਾ ਸੀ ਤੇ ਹੁਣ ਇਹ ਰੋਟੀ ਉਹਨਾਂ ਨੂੰ ਖੁਰਾਕ ਦੇ ਰਹੀ ਸੀ ਤੇ ਉਹਨਾਂ ਨੂੰ ਕਾਇਮ ਰੱਖ ਰਹੀ ਸੀ। ਉਹ ਇਸ ਰੋਟੀ ਨੂੰ ਘਰ ਘਰ ਅਪਣਾਉਂਦੇ ਸੀ, ਇਹਨੂੰ ਦੂਜਿਆਂ ਲਈ ਤੋੜਦੇ ਸੀ, ਵਜ਼ਾਹਤ ਕਰਦੇ ਸੀ ਤੇ ਹੁਣ ਉਹਨੇ ਉਹਨਾਂ ਨੂੰ ਤਸੱਲੀ ਦਿੱਤੀ। ਰੂਹਾਨੀ ਹਸਤੀ ਦੀ ਇਸ ਸੱਚਾਈ ਲਈ ਉਹਨਾਂ ਦਾ ਮਾਲਕ ਜ਼ੁਲਮ ਬਰਦਾਸ਼ਤ ਕਰਨ ਨੂੰ ਸੀ ਤੇ ਦੁੱਖ ਦਾ ਇਹ ਪਿਆਲਾ ਅਖੀਰੀ ਕਤਰੇ ਤਿੱਕਰ ਖੁਸ਼ਕ ਹੋਣ ਨੂੰ ਸੀ। ਉਹਨੇ ਉਹਨਾਂ ਨੂੰ ਛੱਡ ਦੇਣਾ ਸੀ। ਉਹਦੇ ਉੱਤੇ ਛਾਣ ਵਾਲੀ ਅਬਦੀ ਫਤਹ ਦੇ ਵੱਡੇ ਜਲਾਲ ਦੇ ਨਾਲ ਉਹਨੇ ਸ਼ੁਕਰ ਕੀਤਾ ਤੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਜਦੋਂ ਉਹਦੇ ਅੰਦਰ ਇਨਸਾਨੀ ਅੰਸਰ ਇਲਾਹੀ ਅੰਸਰ ਨਾਲ ਲੜ ਰਿਹਾ ਸੀ ਤੇ ਸਾਡੇ ਵੱਡੇ ਉਸਤਾਦ ਨੇ ਆਖਿਆ, ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ, ਯਾਨੀ ਮੇਰੇ ਅੰਦਰ ਬਦਨ ਨਹੀਂ ਬਲਕਿ ਰੂਹ ਜ਼ਾਹਰ ਹੋਵੇ। ਇਹ ਰੂਹਾਨੀ ਪਿਆਰ ਦੀ ਨਵੀਂ ਸਮਝ ਹੈ। ਇਹ ਸਭ ਕੁਝ ਮਸੀਹ ਜਾਂ ਸੱਚਾਈ ਲਈ ਮੁਹੱਈਆ ਕਰਦਾ ਹੈ। ਇਹ ਵੈਰੀਆਂ ਨੂੰ ਬਰਕਤ ਦਿੰਦਾ, ਬਿਮਾਰਾਂ ਨੂੰ ਸ਼ਿਫਾ ਦਿੰਦਾ, ਗਲਤੀਆਂ ਨੂੰ ਬਾਹਰ ਕੱਢਦਾ, ਪਾਪਾਂ ਤੇ ਖਤਾਵਾਂ ਵਿੱਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਦਾ ਤੇ ਜਿਹੜੇ ਦਿਲ ਦੇ ਗਰੀਬ ਤੇ ਫਰੋਤਨ ਨੇ ਉਹਨਾਂ ਨੂੰ ਅੰਜੀਲ ਦੀ ਖੁਸ਼ਖਬਰੀ ਸੁਣਾਉਂਦਾ ਹੈ। ਰੱਬ ਦੇ ਅਖੀਰੀ ਖਾਨੇ ਤੇ ਗਲੀਲ ਦੀ ਝੀਲ ਦੇ ਕੰਢੇ ਉੱਤੇ ਇੱਕ ਸਵੇਰ ਦੇ ਵੇਲੇ ਇੱਕ ਖੁਸ਼ਗਵਾਰ ਮੁਲਾਕਾਤ ਵਿੱਚ ਆਪਣੇ ਸ਼ਾਗਿਰਦਾਂ ਨਾਲ ਉਹਦੇ ਰੂਹਾਨੀ ਨਾਸ਼ਤੇ ਵਿੱਚ ਕਿੰਨਾ ਫਰਕ ਹੈ। ਉਹਦਾ ਦੁੱਖ ਜਲਾਲ ਵਿੱਚ ਬਦਲ ਗਿਆ ਸੀ ਤੇ ਉਹਦੇ ਸ਼ਾਗਿਰਦ ਪਸ਼ੇਮਾਨੀ ਵਿੱਚ ਦੁਖੀ ਹੋਏ, ਦਿਲ ਦੀ ਕਾਂਟ ਛਾਂਟ ਹੋਈ ਤੇ ਤਕੱਬਰ ਦੀ ਮਲਾਮਤ ਹੋਈ। ਨਵੀਂ ਲੋਅ ਦੇ ਤਲੂ ਹੋਣ ਤੇ ਸਾਡੇ ਖੁਦਾਵੰਦ ਦੇ ਨਾਲ ਇਹ ਰੂਹਾਨੀ ਮੁਲਾਕਾਤ ਸੁਬਹ ਦਾ ਉਹ ਨਾਸ਼ਤਾ ਹੈ ਜਿਹਦੀ ਯਾਦ ਮਸੀਹੀ ਸਾਇੰਸਦਾਨ ਮਨਾਉਂਦੇ ਨੇ। ਦੂਜੀ ਵਾਰ ਉਹਦੀ ਹਜ਼ੂਰੀ ਹਾਸਲ ਕਰਨ ਲਈ ਤੇ ਖਾਮੋਸ਼ੀ ਦੇ ਨਾਲ ਇਲਾਹੀ ਅਸੂਲ ਮੁਹੱਬਤ ਦੇ ਨਾਲ ਸ਼ਰਾਕਤ ਕਰਨ ਲਈ ਉਹ ਮਸੀਹ ਸੱਚਾਈ ਦੇ ਅੱਗੇ ਸਜਦਾ ਕਰਦੇ ਨੇ। ਉਹ ਉਹਨਾਂ ਦੇ ਖੁਦਾਵੰਦ ਦੀ ਮੌਤ ਉੱਤੇ ਫਤਹ, ਮੌਤ ਦੇ ਬਾਅਦ ਉਹਦੀ ਬਦਨੀ ਅਜ਼ਮਾਇਸ਼, ਇਨਸਾਨੀ ਅਜ਼ਮਾਇਸ਼ ਦੀ ਐਸ ਮਿਸਾਲ ਤੇ ਜਦੋਂ ਉਹ ਮਾਦੀ ਨਜ਼ਰ ਤੋਂ ਗਾਇਬ ਉੱਤੇ ਚੁੱਕਿਆ ਗਿਆ ਤੇ ਮਾਦੇ ਜਾਂ ਬਦਨ ਤੋਂ ਉੱਤੇ ਉਹਦੇ ਰੂਹਾਨੀ ਤੇ ਅਖੀਰੀ ਸਾਊਦ ਨੂੰ ਮਨਾਉਂਦੇ ਨੇ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਹੈ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਹੈ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਹੈ ਸੱਚਾਈ ਹੈ। ਸਾਡਾ ਪਿਆਲਾ ਸਲੀਬ ਹੈ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਹੈ। ਯਿਸੂ ਦਾ ਅਖੀਰੀ ਸਬੂਤ ਉਹਦੇ ਤਾਲਬ ਇਲਮਾਂ ਲਈ ਸਭ ਤੋਂ ਉੱਚਾ, ਸਭ ਤੋਂ ਬਹੁਤਾ ਯਕੀਨ ਦੇ ਕਾਬਲ, ਸਭ ਤੋਂ ਬਹੁਤਾ ਫਾਇਦਾਮੰਦ ਸੀ। ਵਹਿਸ਼ੀ ਜ਼ਾਲਮਾਂ ਦਾ ਬੁਗਜ਼, ਇਨਸਾਨ ਤੇ ਉਹਨੂੰ ਸਤਾਨ ਵਾਲਿਆਂ ਦੀ ਇੱਜ਼ਤ ਨਾਲ ਮੁਹੱਬਤ ਦੀ ਖੁਦਕੁਸ਼ੀ ਤੇ ਗੱਦਾਰੀ ਰੱਬ ਦੇ ਸੱਚੇ ਇਲਾਹੀ ਖਿਆਲ ਨਾਲ ਰੱਦ ਹੋ ਗਈ, ਜਿਹਦਾ ਯਿਸੂ ਨੂੰ ਸਤਾਨ ਵਾਲਿਆਂ ਨੇ ਮਜ਼ਾਕ ਉਡਾਇਆ ਸੀ ਤੇ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੱਚਾਈ ਦਾ ਅਖੀਰੀ ਇਜ਼ਹਾਰ ਜਿਹਦੀ ਯਿਸੂ ਨੇ ਤਾਲੀਮ ਦਿੱਤੀ ਸੀ ਤੇ ਜਿਹਦੇ ਪਾਰੋਂ ਉਹ ਸੂਲੀ ਚਾੜਿਆ ਗਿਆ ਸੀ, ਉਹਨੇ ਜੱਗ ਲਈ ਨਵਾਂ ਜ਼ਮਾਨਾ ਸ਼ੁਰੂ ਕੀਤਾ। ਉਹ ਲੋਕ ਜਿਨ੍ਹਾਂ ਨੇ ਉਹਦੇ ਅਸਰ ਨੂੰ ਰੋਕਣ ਲਈ ਉਹਨੂੰ ਜ਼ਬਾ ਕੀਤਾ, ਉਹਨਾਂ ਨੇ ਉਹਨੂੰ ਬਰਕਰਾਰ ਰੱਖਿਆ ਤੇ ਉਹਨੂੰ ਵਧਾਇਆ। ਉਸ ਪਿਆਲੇ ਦੀ ਕੜਵਾਹਟ ਦੇ ਪਾਰੋਂ ਜਿਹੜਾ ਉਹਨੇ ਪੀਤਾ, ਯਿਸੂ ਇਜ਼ਹਾਰ ਵਿੱਚ ਉੱਤੇ ਚੁੱਕਿਆ ਗਿਆ। ਇਨਸਾਨੀ ਕਾਨੂੰਨ ਨੇ ਉਹਨੂੰ ਰੱਦ ਕੀਤਾ, ਪਰ ਉਹ ਇਲਾਹੀ ਸਾਇੰਸ ਨੂੰ ਜ਼ਾਹਿਰ ਕਰ ਰਿਹਾ ਸੀ। ਉਹਦੇ ਵੈਰੀਆਂ ਦੀ ਹੱਦ ਤੋਂ ਬਹੁਤੀ ਬਰਬਰੀਅਤ ਦੇ ਬਾਵਜੂਦ ਉਹ ਮਾਦੇ ਤੇ ਫਾਨੀਅਤ ਦੇ ਇਨਹਰਾਫ ਵਿੱਚ ਰੂਹਾਨੀ ਕਾਨੂੰਨ ਦੇ ਤਹਿਤ ਕੰਮ ਕਰ ਰਿਹਾ ਸੀ ਤੇ ਇਸੇ ਰੂਹਾਨੀ ਕਾਨੂੰਨ ਨੇ ਉਹਨੂੰ ਕਾਇਮ ਰੱਖਿਆ। ਇਲਾਹੀ ਨੂੰ ਹਰ ਮੁਕਾਮ ਤੇ ਇਨਸਾਨ ਉੱਤੇ ਫਾਤਿਹ ਹੋਣਾ ਚਾਹੀਦਾ ਹੈ। ਉਹ ਸਾਇੰਸ ਜਿਹਦੀ ਤਾਲੀਮ ਯਿਸੂ ਨੇ ਦਿੱਤੀ ਤੇ ਉਹਦੇ ਉੱਤੇ ਹਯਾਤੀ ਲੰਘਾਈ, ਉਹਨੂੰ ਹਯਾਤੀ ਮਵਾਦ ਤੇ ਜ਼ਹਾਨਤ ਦੇ ਬਾਰੇ ਸਾਰੇ ਮਾਦੀ ਅਕੀਦਿਆਂ ਉੱਤੇ ਤੇ ਅਜਿਹੇ ਅਕੀਦਿਆਂ ਤੋਂ ਫਰੋਗ ਪਾਉਣ ਲਈ ਬਹੁਤ ਸਾਰੀਆਂ ਗਲਤੀਆਂ ਉੱਤੇ ਫਤਹਮੰਦ ਹੋਣਾ ਚਾਹੀਦਾ ਹੈ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਹਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਤੇ ਹਯਾਤੀ ਨੂੰ ਗਲਤੀ ਤੇ ਮੌਤ ਉੱਤੇ ਫਤਹ ਦੀ ਮੋਹਰ ਲਾ ਦੇਣੀ ਚਾਹੀਦੀ ਹੈ। ਦੁਆਏ ਖੈਰ ਆਖਦੀ ਏ, ਐ ਇੱਕ ਚੰਗੇ ਤੇ ਵਫਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਉਹ ਸਾਰੇ ਜਿਹੜੇ ਯਿਸੂ ਦੀ ਯਾਦਗਾਰੀ ਵਿੱਚ ਰੋਟੀ ਖਾਂਦੇ ਤੇ ਮੈਂ ਪੀਂਦੇ ਨੇ, ਉਹ ਅਸਲ ਵਿੱਚ ਉਸ ਪਿਆਲੇ ਤੇ ਉਸ ਸਲੀਬ ਵਿੱਚੋਂ ਵੰਡਣ ਲਈ ਤੇ ਮਸੀਹ ਦੇ ਅਸੂਲ ਦੀ ਖਾਤਰ ਸਭ ਕੁਝ ਛੱਡਣ ਲਈ ਰਾਜ਼ੀ ਨੇ। ਤੇ ਫਿਰ ਇਸ ਇਲਹਾਮ ਨੂੰ ਇੱਕ ਮੁਰਦਾ ਰਸਮ ਨਾਲ ਕਿਉਂ ਮਨਸੂਬ ਕੀਤਾ ਜਾਂਦਾ ਹੈ, ਬਜਾਏ ਕਿ ਗਲਤੀ ਨੂੰ ਦੂਰ ਕਰਦਿਆਂ ਹੋਏ ਤੇ ਬਦਨ ਨੂੰ ਪਾਕ ਤੇ ਰੱਬ ਲਈ ਕਬੂਲ ਕਰਨ ਦੇ ਕਾਬਲ ਬਣਾਉਂਦੇ ਹੋਏ ਇਹ ਵਿਖਾਇਆ ਜਾਵੇ ਵੀ ਸੱਚਾਈ ਦਾ ਫਹਿਮ ਮਿਲਿਆ ਹੋਇਆ ਹੈ। ਜੇ ਮਸੀਹ ਯਾਨੀ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਹੈ ਤੇ ਕਿਸੇ ਦੂਜੀ ਯਾਦਗਾਰ ਦੀ ਲੋੜ ਨਹੀਂ ਹੈ, ਕਿਉਂ ਜੇ ਇਜ਼ਹਾਰ ਇਮੈਨੂਅਲ ਜਾਂ ਰੱਬ ਸਾਡੇ ਨਾਲ ਹੈ ਤੇ ਜੇ ਕੋਈ ਦੂਜਾ ਸਾਡੇ ਨਾਲ ਹੈ ਤੇ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਹੈ।
ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਸੀ, ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲੈ ਆਉਂਦੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਯਾਨੀ ਸੱਚਾਈ ਦੀ ਖੁਸ਼ਖਬਰੀ ਗਰੀਬਾਂ, ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ 1000 ਸਾਲਾ ਦੌਰ ਲਿਆਉਣਗੇ। ਹੁਣ ਮੈਂ ਮੇਰੀ ਬੇਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੀਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।